एक होर बहुत अहम फैसला ਜਿਹੜਾ कि चाहे कैबिनेट का हिस्सा तो नहीं सी पर असी सारे साथियों ने मान साहब की अगवाई के बैठ के फैसला लिया कि जो पिछले समय ਦੇ ਵਿੱਚ 1 महीने की एक्सटेंशन की गई 1 महीने का टाइम पीरियड दिता गया ਸੀਗਾ जिस दे तहत रजिस्ट्रियां दे रेट दे विच 2.25% की कटौती की गई सीगी ਉਹਦਾ पंजाब दे बहुत लोगों ने ਉਹਦਾ एडवांटेज लिया और सरकार नूं भी क्योंकि सरकार दा खजाना वो भी लोगों का ही है और ਉਹਦੇ ਵਿੱਚ तकरीबन साडा 3950 करोड़ का टारगेट सीगा ਤੇ ਕੱਲ तक 4100 करोड़ तो भी ਵੱਧ ਰੈਵਨਿਊ ਜਿਹੜੀ ਸਟੈਂਪ ਡਿਊਟੀ ਹੈ ਉਹਦੇ ਚ ਇਕੱਠੀ ਹੋਈ ਹੈ ਅੱਜ 31 ਤਾਰੀਖ ਹੈ ਸ਼ਾਇਦ 100-150 ਕਰੋੜ ਹੈ ਜਿਹੜਾ ਉਹਦੇ ਚ ਹੋਰ ਐਡ ਆਨ ਹੋ ਜਾਏਗਾ ਸੋ ਇਸੇ ਲੋਕਾਂ ਦੀ ਇਸ ਸਹੂਲਤ ਨੂੰ ਦੇਖਦੇ ਹੋਏ ਲੋਕਾਂ ਦੇ ਇਸ ਰੁਝਾਨ ਨੂੰ ਦੇਖਦੇ ਹੋਏ ਇਸ ਸਕੀਮ ਨੂੰ ਇਸ ਬੈਨੀਫਿਟ ਨੂੰ 1 ਮਹੀਨੇ ਦੇ ਲਈ ਹੋਰ एक्सटेंड करन दा इनू कंटिन्यू करन दा फैसला जिहड़ा वो लिया हुण लोग अपनी रजिस्ट्रेशन जिहड़ियां 30 अप्रैल तक पुराने एग्जिस्टिंग रेटां दे मुताबिक करा सकदे ने मैं पंजाब दे लोकां नूं अपील करूँगा कि तुसीं इस लोक पक्षी स्कीम का जो अज मान साहब ने फैसला लिया ਉਹਦਾ ਲਾਹਾ ਲਓ ਤੇ ਜਿਹੜੀ ਉਹਨਾਂ ਦੀ ਰਜਿਸਟਰੀਆਂ ਰਹਿੰਦੀਆਂ ਨੇ ਉਹ ਜਲਦ ਤੋਂ ਜਲਦ ਕਰਾਉਣ ਸੋ ਮੇਰੇ ਕਹਿਣ ਦਾ ਮਤਲਬ ਕਿ ਹੋਰ ਬਾਕੀ ਸਾਰੇ ਫੈਸਲਿਆਂ ਤੋਂ ਇਹ ਕੁਝ ਅਹਿਮ ਫੈਸਲੇ ਸੀਗੇ ਜੋ ਅੱਜ ਧਾਲੀਵਾਲ ਸਾਹਿਬ ਨੇ ਔਰ ਮੈਂ ਅਸੀਂ ਤੁਹਾਡੇ ਰੂਬਰੂ ਹੋ ਕੇ ਅੱਜ ਦੱਸੇ ਨੇ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਲੋਕ ਇਹਨਾਂ ਸਕੀਮਾਂ ਦਾ ਫਾਇਦਾ ਲੈਣਗੇ ਲੈ ਕੇ ਵੀ ਕੁਝ ਕੈਬਨਿਟ ਨੇ ਫੈਸਲੇ ਲਏ ਜੇਲ੍ਹ ਨੂੰ ਲੈ ਕੇ ਵੀ ਕੁਝ ਕੈਬਨਿਟ ਨੇ ਫੈਸਲੇ ਲਏ ਸੀ ਜੋ ਕਿ नहीं जेलों नूं लैके नहीं जी एक्चुअली इस तरह होंदा कि कैदियां नूं जदों ये एक सिस्टम है एक रूल है कि किसी कैदी की रिहाई होनी होवे ते ओह कैबिनेट दे विच आउंदी है और रिमिशनस कईयां दियां रिमिशन पॉलिसीज़ बनी होईयां ने ਉਹਦੇ तहत ਜਿਹੜੇ ਬਹੁ ਗਿਣਤੀ कैदी ਸੀਗੇ ਉਹਨਾਂ ਦਾ ਐਕਸੈਪਟ ਕਰ ਲਿਆ ਗਿਆ ਸਿਰਫ ਦੋ ਜਿਹੜੇ ਕਿ ਹੀਨੀਅਸ ਰੇਅਰ ਆਫ ਰੇਅਰ ਕੈਟਾਗਰੀ ਦੇ ਵਿੱਚ ਆਉਂਦੇ ਸੀਗੇ ਉਹਨਾਂ ਨੂੰ ਜਿਹੜਾ ਡਿਨਾਈ ਕੀਤਾ ਗਿਆ ਬਾਕੀ ਸਾਰੇ ਨੇ ਜਿਹੜੇ ਉਹਨਾਂ ਨੂੰ ਕੱਲ ਰਿਹਾ ਹੋ ਰਹੇ ਨਵਜੋਤ ਸਿੰਘ ਸਿੱਧੂ ਦਾ ਨਾਮ ਹਿੱਟ ਕੀਤਾ ਗਿਆ ਕਿ ਕੱਲ ਪਟਿਆਲਾ ਜੇਲ੍ਹ ਤੋਂ ਬਾਹਰ ਆ ਰਹੇ ਹਾਂ ਠੀਕ ਹੈ ਦੇਖੋ ਇਸ ਤਰ੍ਹਾਂ ਕਿ ਉਹਨਾਂ ਦਾ ਕੇਸ ਹੈ ਜਿਹੜਾ ਉਹ ਕੈਬਨਿਟ ਦੇ ਵਿੱਚ ਨਾ ਆਉਣਾ ਸੀਗਾ ਨਾ ਹੀ ਪਾਲਿਸੀ ਮੁਤਾਬਕ ਉਹਨਾਂ ਦੇ ਜੇ ਕੱਲ ਨੂੰ ਪੂਰਾ ਪੀਰੀਅਡ ਪੂਰਾ ਹੋ ਰਿਹਾ ਤੇ ਕੱਲ ਨੂੰ ਰਿਹਾ ਹੋ ਜਾਣਗੇ ਉਹ 'ਚ ਕੋਈ ਦਿੱਕਤ ਹੀ ਕੋਈ ਨਹੀਂ ਹੈਗੀ ਪਾਲਿਸੀ ਤਹਿਤ ਨਹੀਂ ਆ ਨਹੀਂ ਪਾਲਿਸੀ ਦਾ ਸਵਾਲ ਨਹੀਂ ਨਾ ਹੈ ਜੀ ਪਾਲਿਸੀ ਦੇ ਵਿੱਚ ਜਿੰਨਾ ਕੈਦੀਆਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹੁੰਦੀਆਂ ਨੇ ਤੇ ਨੀਚੋਂ ਉਹਨਾਂ ਦਾ ਜਿਹੜੀ ਟਰਮ ਜੇ ਸਪੋਜ਼ ਉਹ ਮੇਰੇ ਖਿਆਲ 'ਚ ਡੇਢ ਕੇ 2 ਮਹੀਨੇ ਦਾ ਉਹਨਾਂ ਨੂੰ ਐਡਵਾਂਟੇਜ ਹੈ ਜਿਹੜਾ ਉਹ ਸਰਕਾਰ ਵੱਲੋਂ ਉਹ ਜੇ 1 ਸਾਲ ਦੀ ਸਜ਼ਾ ਹੋਵੇ ਤਾਂ ਉਹਦੇ ਵਿੱਚ ਹੁੰਦਾ ਕਿ ਸ਼ਾਇਦ 3 ਦਿਨ ਦਾ ਪਰ ਮੰਥ ਹੈ ਜਿਹੜਾ ਉਹਨਾਂ ਨੂੰ ਜਿਹੜੀ ਉਹ ਐਡਵਾਂਟੇਜ ਲੈ ਸਕਦੇ ਨੇ ਉਹਦੇ ਤਹਿਤ ਸਰਕਾਰ ਨੇ ਮਾਨ ਸਾਹਿਬ ਨੇ ਬੜੀ ਦਰਿਆਦਿਲੀ ਦੇ ਨਾਲ ਉਹ ਫੈਸਲਾ ਕੀਤਾ ਤੇ ਉਹਦੇ ਮੁਤਾਬਕ ਕੱਲ ਨੂੰ ਐਜ਼ ਪਰ ਪਾਲਿਸੀ ਜਿਹੜਾ ਹੈ ਉਹਨਾਂ ਨੂੰ ਰਿਹਾਈ ਜਿਹੜੀ ਹੋ ਜਾਣੀ ਹੈ 26 ਜਨਵਰੀ ਵਾਲਾ ਵੀ ਇੱਕ ਤੁਹਾਡਾ ਏਜੰਡਾ ਸੀਗਾ ਕਿ ਜੀ 26 ਜਨਵਰੀ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਤਹਿਤ ਕੁਝ ਕੈਦੀ ਰਿਹਾ ਕੀਤੇ ਜਾ ਰਹੇ ਆ ਉਸ ਏਜੰਡੇ ਬਾਰੇ ਥੋੜੀ ਡਿਟੇਲ ਦਿਓ ਨਹੀਂ ਉਹ ਬੇਸਿਕਲੀ ਸੀਗਾ ਜੀ ਕਿ ਜਿਹੜੇ ਕੈਦੀਆਂ ਦਾ ਦੇ ਕੁਝ ਕੈਟਾਗਰੀ ਸੀਗੀ ਪਹਿਲਾਂ ਵੀ 2 ਕੈਟਾਗਰੀ 1 ਔਰ 2 ਵਿੱਚ ਫੈਸਲਾ ਹੋ ਚੁੱਕਿਆ ਕੈਟਾਗਰੀ ਸੀ ਦੇ ਵਿੱਚ ਦੇਖੋ ਇਹਦੇ ਵਿੱਚ ਨਾ ਜੀ ਜਿਹੜੇ ਕੈਦੀਆਂ ਨੂੰ ਰਿਮਿਸ਼ਨਸ ਮਿਲਦੀਆਂ ਨੇ ਨਾ ਜੀ ਉਹ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਮਿਲਦੀਆਂ ਨੇ ਉਹਦੇ ਵਿੱਚ ਵੀ ਜਿਹੜਾ ਫੈਸਲਾ ਹੈ ਉਹ ਲਿਆ ਗਿਆ ਕਿ ਉਹ ਵੀ ਬੜੀ ਜਲਦੀ ਹੀ ਪੂਰਾ ਹੋਏਗਾ ਸਰ ਹੁਣ ਕੱਲ ਛੱਡੇ ਜਾਣਗੇ ਜਾਂ ਵਿਸਾਖੀ ਵਾਲੇ ਦਿਨ ਜਿਹੜੇ ਨੇ ਨਹੀਂ ਕੱਲ ਨੂੰ ਸਾਡੇ ਵੱਲੋਂ ਦੇਖੋ ਸਰਕਾਰ ਜਦੋਂ ਉਹਨਾਂ ਨੇ ਕਾਨੂੰਨ ਮੁਤਾਬਕ ਆਪਦੀ ਸਜ਼ਾ ਵਿਦ ਐਡਵਾਂਟੇਜ 1.5 ਮਹੀਨੇ ਦਾ ਜਿਹੜਾ ਐਡਵਾਂਟੇਜ ਮਿਲਦਾ ਹੈ ਜਦੋਂ ਕੱਲ ਨੂੰ ਪੂਰੀ ਹੋ ਜਾਂਦੀ ਹੈ ਤੇ ਕੱਲ ਨੂੰ ਉਹ ਰਿਲੀਜ਼ ਹੋਣਗੇ ਸਰ ਇਹ ਸਿੱਧੂ ਵੀ ਕੱਲ ਰਿਹਾ ਹੋ ਰਿਹਾ ਉਹਨਾਂ ਵੱਲੋਂ ਟਵੀਟ ਕੀਤਾ ਗਿਆ ਕਹਿੰਦੇ ਜੀ ਕਿ ਅਥਾਰਟੀ ਨੇ ਜਾਣਕਾਰੀ ਦਿੱਤੀ ਹੈਗੀ ਤਾਂ ਇਸੇ ਲਿਸਟ ਦੇ ਵਿੱਚ ਇਸੇ ਕਾਰਨ ਹੀ ਸਿੱਧੂ ਸਾਹਿਬ ਨਹੀਂ ਇਸ ਤਰ੍ਹਾਂ ਕਿ ਉਹ ਕੈਬਨਿਟ ਦੇ ਵਿੱਚ ਆਉਣ ਵਾਲਾ ਏਜੰਡਾ ਨਹੀਂ ਕੈਬਨਿਟ ਚ ਆਉਣ ਵਾਲਾ ਗੱਲ ਸਮਝੋ 1 ਮਿੰਟ ਕਈ ਏਜੰਡਾਸ ਹੁੰਦੇ ਨੇ ਜਿਹੜੇ ਕੈਬਨਿਟ ਦੇ ਵਿੱਚ ਆਉਂਦੇ ਨੇ ਬਹੁਤ ਸਾਰੇ ਕੈਦੀਆਂ ਦਾ ਇਨ ਨਾਰਮਲ ਰੂਟੀਨ ਹੀ ਹੋ ਜਾਂਦਾ ਹੈ ਸੋ ਉਹਨਾਂ ਦਾ ਜਦੋਂ ਹਾਂ ਉਹ ਜਿਹੜੀ ਇੱਕ ਐਡਵਾਂਟੇਜ 1.5 ਮਹੀਨੇ ਦੀ ਜਿਹੜੀ ਉਹਨਾਂ ਨੂੰ ਮਿਲ ਸਕਦੀ ਹੈ ਉਹ ਸੀਐਮ ਸਾਹਿਬ ਨੇ ਇਨ ਪ੍ਰਿੰਸੀਪਲੀ ਕਿ ਹਾਂ ਜੋ ਅਸੀਂ ਕੋਈ ਨਾ ਕਿਸੇ ਪੋਲੀਟੀਕਲ ਵਿਚ ਹੰਟਿੰਗ ਦੇ ਤਹਿਤ ਨਾ ਕੋਈ ਪੋਲੀਟੀਕਲ ਸਪੈਸ਼ਲ ਰਿਲੈਕਸੇਸ਼ਨ ਹੈ ਜਿਹੜੀ ਉਹ ਕਾਨੂੰਨ ਤੋਂ ਉੱਪਰ ਹੋ ਕੇ ਦਿੱਤੀ ਵੀ ਨਹੀਂ ਜਾ ਸਕਦੀ ਹੈਗੀ ਜਿਹੜਾ ਉਹ 1.5 ਮਹੀਨੇ ਦੀ ਉਹਨਾਂ ਦੀ ਹਜੇ ਟਰਮ ਪਈ ਹੈ ਉਹ ਵੀ ਕੋਈ ਡਿਨਾਈ ਨਹੀਂ ਕੀਤਾ ਹੈਗਾ ਉਹਨਾਂ ਦਾ ਬਾਕੀ ਕੈਦੀਆਂ ਦੀ ਤਰ੍ਹਾਂ ਕਾਨੂੰਨ ਦੇ ਤਹਿਤ ਜਦੋਂ ਉਹਨਾਂ ਦਾ ਹੱਕ ਬਣਦਾ ਤੇ ਉਹਨਾਂ ਨੂੰ ਕੱਲ ਨੂੰ ਮਿਲੂਗਾ ਤੇ ਉਹ ਆਪਦਾ ਰਿਹਾ ਹੋ ਕੇ ਕੱਲ ਨੂੰ ਕਰ ਜਾ ਸਕਦਾ भगवंत मान डॉटर को टैग मिल गई यूएसए में कुछ इस तरह की खबर क्योंकि ये ट्वीट किया है उन्होंने स्वाति मालवी जी ने जो दिल्ली में नहीं देखो इस तरह के मैं निजी तौर पर मैनू ਜਾਂ ਧਾਲੀਵਾਲ ਨੂੰ ਸਾਹਿਬ ਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ ਤੇ ਮਾਨ ਸਾਹਿਬ ਨੇ ਵੀ ਇਹਦੇ ਬਾਰੇ ਕੋਈ ਜ਼ਿਕਰ ਸਾਡੇ ਨਾਲ ਨਾ ਐਜ਼ ਕੈਬਨਿਟ ਕਲੀਗ ਨਾ ਸਾਥੀ ਨਹੀਂ ਕੀਤਾ ਹੈਗਾ ਪਰ ਮੈਂ ਸਮਝਦਾ
ਕਿ ਉਹ ਠੀਕ ਹੈ, ਤੁਹਾਡਾ ਟਵੀਟ ਠੀਕ ਹੋਏਗਾ ਜੀ, ਪਰ ਜਿਹੜੀ ਚੀਜ਼ ਦੀ ਜਾਣਕਾਰੀ ਸਾਡੇ ਕੋਲ ਨਹੀਂ ਹੈ। ਪਰ ਮੈਂ ਇੱਕ ਚੀਜ਼ ਤੁਹਾਨੂੰ ਬੜਾ ਕਲੀਅਰ ਕਰ ਦੇਣਾ ਚਾਹੁੰਦਾ ਕਿ ਇਹਨਾਂ ਚੀਜ਼ਾਂ ਦੇ ਨਾਲ ਜੋ ਜੇ ਇਹ ਸਹੀ ਹੈ, ਇਹਨਾਂ ਚੀਜ਼ਾਂ ਦੇ ਨਾਲ ਜੋ ਭਗਵੰਤ ਮਾਨ ਜੀ ਨੇ ਔਰ ਉਹਨਾਂ ਦੇ ਸਾਰੇ ਕੈਬਨਿਟ ਸਾਥੀਆਂ ਨੇ, ਜੋ MLAs ਨੇ, ਜੋ ਅਸੀਂ ਪੰਜਾਬ ਨੂੰ ਮੁੜ ਦੁਆਰਾ ਖੁਸ਼ਹਾਲ ਤੇ ਹੱਸਦਾ ਖੇਡਦਾ ਪੰਜਾਬ ਬਣਾਉਣ ਦਾ ਤਹਈਆ ਕੀਤਾ ਹੋਇਆ ਹੈ,